Hello viewers, welcome to my next video. ਅੱਜ ਦੀ ਵੀਡੀਓ ਸੈਕਿੰਡ ਹੈਂਡ ਪ੍ਰੋਜ਼ ਬਾਈ ਐਨੀ ਫੈਡੀਮੈਨ ਜਿਸ ਦੇ ਟੈਕਸਟ ਦੀ ਓਰੀਜਨਲ ਟੈਕਸਟ ਦੀ ਅਸੀਂ ਵਰਡ ਟੂ ਵਰਡ ਐਕਸਪਲੇਨੇਸ਼ਨ ਕਰ ਚੁੱਕੇ ਹਾਂ। ਇਸ ਵੀਡੀਓ ਦੇ ਵਿੱਚ ਅਸੀਂ ਕੁਐਸਚਨਸ ਡਿਸਕਸ ਕਰਾਂਗੇ ਕਿਸ ਤਰੀਕੇ ਨਾਲ ਬਣ ਕੇ ਆ ਸਕਦੇ ਹੈ। ਦੈਨ ਉਹਨਾਂ ਕੁਐਸਚਨਸ ਦਾ ਇੱਕੋ ਹੀ ਆਨਸਰ ਮੈਂ ਪ੍ਰਿਪੇਅਰ ਕੀਤਾ ਹੈ ਕਿ ਕਿਸ ਤਰੀਕੇ ਨਾਲ ਚਾਹੇ ਕੋਈ ਵੀ ਕੁਐਸਚਨ ਬਣ ਕੇ ਆ ਜਾਏ ਤਾਂ ਕਿਸ ਤਰੀਕੇ ਨਾਲ ਤੁਸੀਂ ਆਨਸਰ ਦੇਣਾ ਹੈ। ਤਾਂ keywords important words ਕਿਹੜੇ ਰਹਿਣਗੇ ਬੱਚੇ 19 pound of books Joe surprise on birthday smear and smudges underlinings marginalia annotation ਇਹ ਸਾਰੇ ਰਹਿਣਗੇ ਇਹਦੇ main words ਤਾਂ critically analyze the essay second hand prose by Annie Fadiman ਤਾਂ critically analyze ਕਰਨਾ ਹੈ ਮਤਲਬ ਆਲੋਚਨਾਤਮਕ ਤਰੀਕੇ ਨਾਲ ਜਿਹੜਾ ਹੈ ਉਹਦਾ ਵਿਸ਼ਲੇਸ਼ਣ ਕਰਨਾ ਹੈ। Second question बन के आ सकता है in second hand prose Fadiman highlights various features of used books that she finds appealing ਤਾਂ ਫੈਡੀਮੈਨ ਨੇ ਜੋ ਹਾਈਲਾਈਟ ਕੀਤੇ ਕਈ ਇਹੋ ਜਿਹੇ ਗੁਣ ਉਹਨਾਂ ਕਿਤਾਬਾਂ ਦੇ ਜਿਹੜਾ ਕਿ ਉਹਨੂੰ ਬਹੁਤ ਅਪੀਲ ਕਰਦੀਆਂ ਸੀ ਤਾਂ ਕੁਝ ਫੀਚਰਸ ਨੂੰ ਮੈਂਸ਼ਨ ਕਰੋ ਤੇ ਕਿਵੇਂ ਉਹ ਕੰਟਰੀਬਿਊਟ ਕਰਦੇ ਹੈ ਚਾਰਮ ਟੂ ਦ ਚਾਰਮ ਐਂਡ ਵੈਲਿਊ ਆਫ ਸੈਕਿੰਡ ਹੈਂਡ ਬੁੱਕਸ ਅਤੇ ਉਹ ਸਾਰੇ ਫੀਚਰਸ ਉਹ ਸਾਰੇ ਗੁਣ ਸੈਕਿੰਡ ਹੈਂਡ ਬੁੱਕਸ ਦੀ ਜਿਹੜੀ ਹੈ ਉਹਨਾਂ ਨੂੰ ਪੜ੍ਹਨ ਦੇ ਵਿੱਚ ਕਿਵੇਂ ਕੰਟਰੀਬਿਊਟ ਕਰਦੇ ਹੈ। ਤਾਂ ਅਗਲਾ ਕੁਐਸਚਨ ਹੈ ਐਗਜ਼ਾਮਾਈਨ ਦ ਥੀਮ ਆਫ ਹਿਸਟੋਰੀਕਲ ਕੰਟੀਨਿਊਟੀ ਇਨ ਸੈਕਿੰਡ ਹੈਂਡ ਪ੍ਰੋਜ਼ ਮਤਲਬ ਵਾਟ ਇਜ਼ ਅ ਥੀਮ ਕੀ ਥੀਮ ਹੈ ਹਿਸਟੋਰੀਕਲ ਕੰਟੀਨਿਊਟੀ ਕਿ ਕਿਸ ਤਰ੍ਹਾਂ ਹਿਸਟਰੀ ਕੰਟੀਨਿਊ ਹੁੰਦੀ ਹੈ ਵਿਦ ਦ ਹੈਲਪ ਆਫ ਸੈਕਿੰਡ ਹੈਂਡ ਪ੍ਰੋਜ਼। ਸੈਕਿੰਡ ਹੈਂਡ ਪ੍ਰੋਜ਼ ਮੀਨਸ ਸੈਕਿੰਡ ਹੈਂਡ ਬੁੱਕਸ। How does Fadiman illustrate the connection between past and present readers through used books? ਤਾਂ ਕਿਸ ਤਰੀਕੇ ਨਾਲ ਫੈਡੀਮੈਨ ਨੇ ਐਗਜ਼ਾਮਪਲ ਦੇ ਕੇ ਕਨੈਕਸ਼ਨ ਬਣਾਇਆ ਹੈ ਪਾਸਟ ਰੀਡਰ ਅਤੇ ਪ੍ਰੈਜ਼ੈਂਟ ਰੀਡਰਸ ਦਾ ਵਿਦ ਦ ਯੂਜ਼ਡ ਬੁੱਕਸ। ਹਾਂਜੀ ਹੋਰ ਕੁਐਸਚਨ ਕੀ ਬਣ ਸਕਦਾ ਹੈ ਫੈਡੀਮੈਨ ਓਫਨ ਕੰਟਰਾਸਟ ਸੈਕਿੰਡ ਹੈਂਡ ਬੁੱਕਸ ਵਿਦ ਨਿਊ ਬੁੱਕਸ ਪੁਰਾਣੀਆਂ ਅਤੇ ਨਵੀਆਂ ਕਿਤਾਬਾਂ ਦਾ ਕੰਟਰਾਸਟ ਕੀਤਾ ਹੈ ਆਪਣੇ ਹਰ ਇਸ ਐਸੇ ਦੇ ਵਿੱਚ। Second hand prose discuss the differences she highlights and the reasons she prefers second hand books ਕੀ ਕਾਰਨ ਹੈ ਕਿ ਉਹ ਕਿਉਂ ਜੋ ਹੈ ਸੈਕਿੰਡ ਹੈਂਡ ਬੁੱਕਸ ਨੂੰ ਪ੍ਰੈਫਰ ਕਰਦੀ ਹੈ ਅਤੇ ਕਿਹੜੇ ਕਿਹੜੇ ਜਿਹੜੇ ਮੇਨ ਰੀਜ਼ਨਸ ਹੈਗੇ ਆ। ਤਾਂ ਹੁਣ ਅਸੀਂ ਡਿਟੇਲ ਪੜ੍ਹਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਹੂ ਇਜ਼ ਐਨੀ ਫੈਡੀਮੈਨ। ਐਨੀ ਫੈਡੀਮੈਨ ਇੱਕ ਅਮਰੀਕਨ ਐਸੇਇਸਟ ਹੈ ਅਮਰੀਕਾ ਦੇ ਵਿੱਚ ਰਹਿਣ ਵਾਲੀ ਐਸੇਇਸਟ ਹੈ ਰਿਪੋਰਟਰ ਹੈ ਠੀਕ ਹੈ। ਰਿਪੋਰਟਰ ਜਿਹੜੇ ਨਿਊਜ਼ਪੇਪਰ ਲਈ ਕੰਮ ਕਰਦੇ ਹੈ। ਹਰ ਇੰਟਰਸਟ ਇਨਕਲੂਡ ਲਿਟਰੇਰੀ ਜਰਨਲਿਜ਼ਮ ਐਸੇਸ ਮੈਮੋਇਰ ਐਂਡ ਆਟੋਬਾਇਓਗ੍ਰਾਫੀ ਤਾਂ ਉਹਦੇ ਇੰਟਰਸਟ ਦੇ ਵਿੱਚ ਉਹ ਕੀ ਲਿਖਦੇ ਹੈ ਜਰਨਲਿਜ਼ਮ ਲਈ ਠੀਕ ਹੈ ਜਰਨਲਿਸਟ ਹੈ ਮੈਗਜ਼ੀਨ ਲਈ ਲਿਖਦੀ ਹੈ ਨਿਊਜ਼ਪੇਪਰ ਲਈ ਲਿਖਦੇ ਹੈ ਐਸੇ ਲਿਖਦੇ ਹੈ ਮੈਮੋਇਰ ਮਤਲਬ ਕਿਸੇ ਦੀ ਵੀ ਲਾਈਫ ਲਈ ਚਾਹੇ ਆਪਣੀ ਚਾਹੇ ਕਿਸੇ ਹੋਰ ਦੀ ਲਾਈਫ ਲਈ ਉਹਦੇ ਬਾਰੇ ਡਿਸਕ੍ਰਿਪਸ਼ਨ ਦੇਣੀ। ਆਟੋਬਾਇਓਗ੍ਰਾਫੀ ਮੀਨਸ ਆਪਣੀ ਹੀ ਲਾਈਫ ਬਾਰੇ। ਸ਼ੀ ਵਾਜ਼ ਬੋਰਨ ਔਨ August 7 1953 ਉਹਨਾਂ ਦਾ ਜਨਮ ਹੋਇਆ 1953 ਦੇ ਵਿੱਚ ਇਨਟੂ ਅ ਫੈਮਿਲੀ ਆਫ ਰਾਈਟਰਸ ਇਨ ਨਿਊਯਾਰਕ ਦੇ ਵਿੱਚ ਇੱਕ ਇਹੋ ਜਿਹੀ ਫੈਮਿਲੀ ਜਿੱਥੇ ਬਹੁਤ ਸਾਰੇ ਰਾਈਟਰਸ ਮਤਲਬ ਉਹਨਾਂ ਦੇ ਮਦਰ ਅਤੇ ਫਾਦਰ ਦੋਨੋਂ ਰਾਈਟਰ ਹੈ। ਸ਼ੀ ਇਜ਼ ਦ ਡਾਟਰ ਆਫ ਕਲਿਫਟਨ ਫੈਡੀਮੈਨ ਅ ਵੈਲ ਨੋਨ ਕ੍ਰਿਟਿਕ ਐਂਡ ਐਨਾਲੀ ਜੈਕੋਬੀ ਫੈਡੀਮੈਨ ਅ ਵਾਰ ਕੋਰੈਸਪੋਂਡੈਂਟ ਇਹ ਉਹਨਾਂ ਦੇ ਮਦਰ ਅਤੇ ਫਾਦਰ। ਫੈਡੀਮੈਨ ਗ੍ਰਿਊ ਅਪ ਇਨ ਸਾਊਥ ਕੈਲੀਫੋਰਨੀਆ ਤਾਂ ਕਿੱਥੇ ਉਹ ਉਹਨਾਂ ਦਾ ਜੋ ਹੈ ਗ੍ਰਿਊ ਅਪ ਮਤਲਬ ਕਿੱਥੇ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਕੈਲੀਫੋਰਨੀਆ ਦੇ ਵਿੱਚ। ਸ਼ੀ ਬਿਗੇਨ ਰਾਈਟਿੰਗ ਵਾਈਲ ਐਟ ਹਾਰਵਰਡ ਯੂਨੀਵਰਸਿਟੀ ਅਤੇ ਉਹਨੇ ਲਿਖਣਾ ਕਦੋਂ ਸ਼ੁਰੂ ਕੀਤਾ ਜਦੋਂ ਉਹ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਐਜ਼ ਅ ਕਾਲਮਨਿਸਟ ਫॉर ਹਾਰਵਰਡ ਮੈਗਜ਼ੀਨ ਇੱਕ ਮੈਗਜ਼ੀਨ ਹੈ ਠੀਕ ਹੈ ਮੈਗਜ਼ੀਨ ਦੇ ਵਿੱਚ ਕਾਲਮਨਿਸਟ ਮਤਲਬ ਮੈਗਜ਼ੀਨ ਦਾ ਇੱਕ ਕਾਲਮ ਲਿਖਦੇ ਸੀ ਕਾਲਮ ਲਿਖ ਕੇ IST ਕਾਲਮ ਲਿਖਦੇ ਸੀ। ਬੇਟਾ ਜਦੋਂ ਵੀ ਅਸੀਂ ਕਿਸੇ ਵੀ ਆਥਰ ਦੀ ਇੰਟਰੋਡਕਸ਼ਨ ਪੜ੍ਹਦੇ ਹਾਂ ਤਾਂ ਤੁਸੀਂ ਆਪਣੇ ਅਕੋਰਡਿੰਗ ਉਹਨੂੰ ਘਟਾ ਵੀ ਸਕਦੇ ਹੋ ਕੋਈ ਪ੍ਰੋਬਲਮ ਨਹੀਂ। ਮੈਂ ਸਾਰੇ ਬੱਚਿਆਂ ਦਾ ਧਿਆਨ ਰੱਖ ਕੇ ਲਿਖੀ ਹੈ ਤਾਂ ਕਿ ਜੇ ਕੋਈ ਇੰਟੈਲੀਜੈਂਟ ਬੱਚਾ ਪੂਰੀ ਡਿਟੇਲ ਦੇਣਾ ਚਾਹੁੰਦਾ ਹੈ ਕਿ ਕੌਣ ਫਾਦਰ ਹੈ ਕੌਣ ਮਦਰ ਹੈ ਡੇਟ ਆਫ ਬਰਥ ਕੀ ਹੈ ਕਿਹੜੇ ਪ੍ਰਾਈਜ਼ਸ ਮਿਲੇ ਕਿਹੜੇ ਰਾਈਟਿੰਗਸ ਹੈ ਕਿੱਥੋਂ ਪੜ੍ਹੇ ਹੈ ਤਾਂ ਮੈਂ ਲਿਖਿਆ ਹੈ। ਜੇ ਤੁਸੀਂ ਸ਼ਾਰਟ ਦੇ ਵਿੱਚ ਲਿਖਣਾ ਚਾਹੁੰਦੇ ਹੋ ਸਿਰਫ ਲਿਖ ਸਕਦੇ ਹੋ ਕਿ ਉਹ ਅਮਰੀਕਨ ਐਸੇਇਸਟ ਹੈ ਜਰਨਲਿਸਟ ਹੈ ਐਸੇ ਰਾਈਟਰ ਹੈ ਆਟੋਬਾਇਓਗ੍ਰਾਫੀ ਲਿਖੀ ਹੈ ਤਾਂ ਇਸ ਤੋਂ ਇਲਾਵਾ ਉਹਨਾਂ ਦੀਆਂ ਮੇਨ ਰਾਈਟਿੰਗਸ ਕਿਹੜੀਆਂ ਅਤੇ ਪ੍ਰਾਈਜ਼ ਕਿਹੜੇ ਮਿਲੇ ਹੈ ਠੀਕ ਹੈ ਜੀ। ਤਾਂ ਫੈਡੀਮੈਨ grew up in South California. She began writing while at Harvard University as a columnist for Harvard magazine. She is best known for her book ਉਹਨਾਂ ਦੀ ਇੱਕ book for her book ਉਹਨਾਂ ਦੀ ਇੱਕ book ਜਿਹੜੀ ਹੈ The Spirit Catches You and You Fall Down ਤਾਂ ਕਿਹੜੀ ਬੁੱਕ ਹੈ
द स्पिरिट कैचेज यू एंड यू फॉल डाउन, इन्हों अंडरलाइन करके आना अपने फाइनल एग्जाम च भी। कदों लिखी गई 1997। दिस बुक एक्सप्लोर्स द कल्चरल क्लैश बिटवीन अमंग फैमिली एंड द अमेरिकन मैडिकल सिस्टम। एक फैमिली है जो अमंग फैमिली है तो अमेरिकन मैडिकल सिस्टम के जो क्लैश होंगे, ठीक है, एक पुअर बच्चा है जिन्होंने कोई प्रॉब्लम आ जाती है, ਉਹਦੀ ਬੋਡੀ ਬਹੁਤ ਜ਼ਿਆਦਾ ਟਰੈਂਬਲ ਕਰਦੀ ਹੈ, ਤਾਂ ਉਹ ਪੂਅਰ ਫੈਮਿਲੀ ਅਤੇ ਮੈਡੀਕਲ ਸਿਸਟਮ, ਅਮਰੀਕਨ ਮੈਡੀਕਲ ਸਿਸਟਮ ਦੇ ਵਿੱਚ ਜੋ ਵੀ ਵਾਪਰਦਾ ਉਹ ਕਲੈਸ਼ ਉਹਨੇ ਇਹਦੇ ਵਿੱਚ ਦਿਖਾਇਆ, ਜਿਹਦੇ ਕਰਕੇ ਉਹ ਬਹੁਤ ਫੇਮਸ ਹੋਈ ਅਤੇ ਇਸ ਬੁੱਕ ਨੂੰ ਅਵਾਰਡ ਮਿਲਿਆ, ਨੈਸ਼ਨਲ ਬੁੱਕ ਕ੍ਰਿਟਿਕਸ ਅਵਾਰਡ ਉਹਨੂੰ ਇਸ ਬੁੱਕ ਕਰਕੇ ਮਿਲਿਆ। ਸ਼ੀ ਹੈਜ਼ ਰਿਟਨ 2 ਬੁੱਕਸ ਔਨ ਐਸੇਸ, 2 ਕਿਤਾਬਾਂ ਉਹਨਾਂ ਦੀਆਂ ਐਸੇ 'ਤੇ ਲਿਖੀਆਂ ਗਈਆਂ। ਦ ਫਸਟ ਇਜ਼ ਐਕਸ ਲਿਬਰਿਸ ਕਨਫੈਸ਼ਨਸ ਆਫ ਅ ਕਾਮਨ ਰੀਡਰ। पहली किताब है एक्स लिब्रिस, तो उस बाद कॉलन पा के इदा कॉलन पा के बेटा कन्फेशनस ऑफ अ कॉमन रीडर। तो दूजी किताब है एट लार्ज एंड एट स्मॉल, फिर कॉलन पा के सब हैडिंग फैमिलियर एसेस। हाँ जी, एक एक्स लिब्रिस एसेस जो किताब है टोटली ही वो बुक्स बारे, बुक्स की नॉलेज बारे लिखी गई है। तो जो साडा प्रेजेंट एसे है द सैकेंड हैंड प्रोज वो भी इस दे विचों ही लिता गया। तो शी हैज़ पब्लिश्ड ए मेमोयर, उन्हें एक मेमोयर लिखा अबाउट हर रिलेशनशिप विद हर फादर, अपने फादर के नाल अपनी रिलेशनशिप बारे, जिसका की नाम है द वाइन लवर्स डॉटर। ठीक है, द वाइन लवर्स डॉटर 2017 के पब्लिश होया बेटा। शी हैज़ बीन टीचिंग इन येल यूनीवर्सिटी, वो कितने पढ़ा रहे हैं, येल यूनीवर्सिटी। एज अ फर्स्ट फ्रांसिस राइटर शी रिसीव्ड द रिचर्ड एच ब्रॉडहेड 68 प्राइज़। की नाम है द रिचर्ड एच फुल स्टॉप ब्रॉडहेड पोस्ट के 68 प्राइज़ फॉर द टीचिंग एक्सीलेंस बाय नॉन लैडर फैकल्टी एट येल यूनीवर्सिटी। हुण बच्चे ये ऑप्शनल है, तुसी जे सिर्फ इतों तक लिखना चाहते हो, नहीं लिखना चाहते ना लिखियो, कोई प्रॉब्लम नहीं। उन्होंने मेन 2-3 राइटिंग्स लिख दो, तो उन्होंने बर्थ कदों होया तो कौन है, पहले 2-3 लाइन्स लिखना चाहते हो लिख दो। बट जो बच्चे कर सकते हैं प्लीज़ ज़रूर लिखो। देखो न्यू सिलेबस है, NEP का नवा सिलेबस है, जो भी कितने इंटरव्यू देने जाओगे, कॉम्पीटिटिव एग्जाम दोगे, इन्ना ही सिलेबस के क्वेश्चन पेपर्स देखने मिलेंगे। नेक्स्ट है The second-hand prose is taken from her well-known collection of essays Ex Libris, Confessions of a Common Reader। तो कदों लिखी गई 1998। तो ये second-hand prose इन्हां दी एक essays दी collection है, collection का नाम है Ex Libris, की नाम है सबटाइटल की है कन्फेशंस ऑफ अ कॉमन रीडर, कि एक आम रीडर द्वारा दिते गए कुछ कन्फेशन। ये एक ऑटोबायोग्राफिकल टोन वाला ऐसे है जिस दे विच फैडीमैन ने अपने एक्सपीरियंसिस नूं दस्सिया। This book is a series of personal essays in which Fadiman reflects on her lifelong love of reading books। कि उन्होंने अपनी पर्सनल एसेज है, अपना पूरी मतलब जिंदगी उन्होंने प्यार किया किताबां पढ़न, वो बारे उन्होंने डिस्क्राइब किया है। सेकेंड हैंड प्रोज इज़ वन ऑफ द एसेज इन दिस वॉल्यूम वेयर शी ह्यूमरसली मतलब बड़े हासरस तरीके नाल, हास्यमय तरीके नाल एंड लविंगली डिस्क्राइब्स हर पैशन फॉर बाइंग एंड चैरिशिंग सैकेंड हैंड बुक्स। तो उन्हें किवें दस्सिया कि वो अपना पैशन दसदी है किताबां खरीदना तो उन्होंने इंजॉय करना, चैरिश करना, बहुत इंजॉय करना। किहड़ियां किताबां, सैकेंड हैंड किताबां, न्यू बुक्स नहीं। वो किताबां सैकेंड हैंड बुक्स जिहड़ियां कि ऑलरेडी किसी रीडर ने पढ़ियां होण, किसी रीडर द्वारा यूज़ कीतियां गईयां होण, उन्होंने पढ़ना ते खरीदना इंजॉय करती है। ऑन 42nd बर्थडे ऑफ एनी, जॉर्ज कौन है, उन्होंने हसबैंड जॉर्ज होकोल्ड उनका पूरा नाम है, टुक हर टू अ मिस्ट्री डेस्टिनेशन। हुण ये ऐसे की शुरुआत होगी। ऐसे शुरू किवें हुंदा है, ऐसे दे विच है की है, टैक्सट दे विचों मैं लाइन्स लित्तियां बेटा, तुसीं रीडिंग कर सकते हो। तो इस तो पहला जो तुसी टैक्सट की वर्ड टू वर्ड एक्सप्लेनेशन सुनोगे तो बहुत वधिया समझ आएगी। कोई भी इहो जिहा शॉर्ट नोट नहीं होएगा कि तुसी अटैम्प्ट नहीं कर पाओगे। पेपर दे विच तुहानूं एक पूरा पैराग्राफ आना है किसी भी टैक्सट दे विचों, उस बाद तुसी उहनूं समराइज़ करना होगा। जे तुसी वर्ड टू वर्ड एक्सप्लेनेशन सुनी होएगी तो तुसी बड़े आराम नाल वो समराइज़ कर पाओगे। इसलिए जो वर्ड टू वर्ड समरी है उन्होंने भी जरूर सुनना है। द ओल्ड मैन द मैन हू लव्ड द ट्रीज, वो भी क्वेश्चन
ਤੇ ਨਾਲ ਦੀ ਨਾਲ ਹੀ ਵਰਡ ਟੂ ਵਰਡਸ ਜੋ ਹੈ ਐਕਸਪਲੇਨੇਸ਼ਨ ਉਹ ਵੀ ਮੈਂ ਅਪਲੋਡ ਕਰ ਚੁੱਕੀ ਹਾਂ, ਤੁਸੀਂ ਵਾਚ ਕਰ ਸਕਦੇ ਹੋ। ਤਾਂ ਡਿਊਰਿੰਗ ਦਾ ਰਾਈਟ ਸਭ ਤੋਂ ਪਹਿਲਾਂ ਮੈਂ ਸਮਝਾਉਂਗੀ 42ਵਾਂ ਬਰਥਡੇ ਐਨੀ ਦਾ, ਤੇ ਜੋਰਜ ਉਹਨਾਂ ਦੇ ਜੋ ਹਸਬੈਂਡ ਹੈ, ਠੀਕ ਹੈ, ਬ੍ਰੈਕਟ 'ਚ ਲਿਖਣਾ ਠੀਕ ਹੈ, ਨਹੀਂ ਲਿਖੋਗੇ ਤਾਂ ਵੀ ਠੀਕ ਹੈ। ਜੋਰਜ ਦੇ ਸਪੈਲਿੰਗ ਮੈਂ ਦੁਬਾਰਾ ਲਿਖ ਦਿੰਦੀ ਹਾਂ, ਥੋੜੀ ਜਿਹੀ ਕਟਿੰਗ ਹੋ ਗਈ ਸੀ, ਲਿਖਦੇ ਲਿਖਦੇ ਕਈ ਵਾਰੀ ਹੋ ਜਾਂਦਾ ਬੱਚੇ। ਤਾਂ ਉਹਨੂੰ ਇੱਕ ਮਿਸਟਰੀ ਡੈਸਟੀਨੇਸ਼ਨ, ਮਿਸਟਰੀ ਮਤਲਬ ਰਹੱਸਮਈ ਡੈਸਟੀਨੇਸ਼ਨ 'ਤੇ ਲੈ ਜਾਂਦੇ ਹੈ ਡਿਊਰਿੰਗ ਦਾ ਰਾਈਡ ਥਰੂ ਬ੍ਰੌਨਕਸ ਐਂਡ ਯੋਂਕਰਸ। ਤਾਂ ਜਦੋਂ ਉਹ ਬ੍ਰੌਨਕਸ ਐਂਡ ਯੋਂਕਰ ਇੱਕ ਜੋ ਗੇਟਵੇ ਹੈ ਕਿੱਥੇ ਜਾਣ ਦਾ, ਹਡਸਨ ਵੈਲੀ ਜਾਣ ਦਾ, ਤਾਂ ਐਨੀ ਕੈਪਟ ਔਨ ਗੈਸਿੰਗ, ਤਾਂ ਐਨੀ ਸੋਚਦੀ ਰਹਿੰਦੀ ਹੈ ਵੀ ਕਿੱਥੇ ਲੈ ਕੇ ਜਾ ਰਹੇ ਮੇਰੇ ਹਸਬੈਂਡ ਮੈਨੂੰ। ਵਾਟ ਵਿਲ ਬੀ ਹਰ ਬਰਥਡੇ ਸਰਪ੍ਰਾਈਜ਼, ਉਹਦਾ ਬਰਥਡੇ ਸਰਪ੍ਰਾਈਜ਼ ਕੀ ਹੋਏਗਾ, ਸਰਪ੍ਰਾਈਜ਼। ਇਟ ਕੈਨ ਬੀ ਅ 3 ਸਟਾਰ ਰੈਸਟੋਰੈਂਟ, ਕੀ ਮੈਨੂੰ ਮੇਰੇ ਹਸਬੈਂਡ 3 ਸਟਾਰ ਰੈਸਟੋਰੈਂਟ 'ਚ ਲੈ ਕੇ ਜਾ ਰਹੇ ਹੈ, ਜਾਂ ਅ ਵਰਲਡ ਕਲਾਸ ਆਰਟ ਕਲੈਕਸ਼ਨ, ਜਾਂ ਇੱਕ ਵਰਲਡ ਕਲਾਸ ਆਰਟ ਕਲੈਕਸ਼ਨ 'ਤੇ ਲੈ ਕੇ ਜਾ ਰਹੇ ਹੈ, ਜਾਂ ਅ ਹੌਟ ਏਅਰ ਬਲੂਨ ਵਿਦ ਅ ਮੈਗਨਮ ਆਫ ਫਿਊ ਕਲਿਕੋ ਔਰ ਅ ਪਾਊਂਡ ਆਫ ਕੈਵਿਆਰ। ਕਿੱਥੇ ਲੈ ਕੇ ਜਾ ਰਹੇ ਆ ਮੈਨੂੰ, ਇੱਕ ਬ੍ਰਾਂਡਡ ਆਈਸਕ੍ਰੀਮ ਜਾਂ ਸ਼ੈਂਪੇਨ ਜਾਂ ਕੈਵਿਆਰ, ਇੱਕ ਜੋ ਬਹੁਤ ਬ੍ਰਾਂਡਡ ਫਿਸ਼ ਹੈ ਉਹ ਖਵਾਉਣ ਲਈ ਲੈ ਕੇ ਜਾ ਰਹੀ ਹੈ। ਮਤਲਬ ਉਹ ਸੋਚਦੀ ਹੈ ਵੀ ਮੇਰੇ ਬਰਥਡੇ 'ਤੇ ਮੇਰੇ ਹਸਬੈਂਡ ਮੇਰੇ ਲਈ ਸਪੈਸ਼ਲ ਕੀ ਕਰਨ ਜਾ ਰਹੇ ਹੈ। ਦੈਨ ਆਫਟਰ ਦੇ ਰੀਚ ਦੇਅਰ ਡੈਸਟੀਨੇਸ਼ਨ, ਤਾਂ ਉਹ ਕਿੱਥੇ ਪਹੁੰਚਦੇ ਹੈ, ਦੇ ਰੀਚਡ ਅ ਵੈਦਰ ਬਿਟਨ ਲਿਟਲ ਸ਼ੌਪ। ਉਹ ਵੈਦਰ ਬਿਟਨ ਮਤਲਬ ਜਿਹੜੀ ਮੌਸਮ ਕਰਕੇ ਬਹੁਤ ਜ਼ਿਆਦਾ ਸ਼ੌਪ ਖਰਾਬ ਹੋਈ ਪਈ ਹੈ, ਵੈਦਰ ਬੀਟਨ ਐਡਜੈਕਟਿਵ ਯੂਜ਼ ਕੀਤਾ ਗਿਆ। ਲਿਟਲ ਛੋਟੀ ਜਿਹੀ ਦੁਕਾਨ, ਕਿੱਥੇ ਆ, ਡਾਊਨ ਅ ਸਟੀਪ ਹਿਲ, ਠੀਕ ਹੈ, ਹਿਲ ਦੇ ਨੀਚੇ। ਇਟ ਵਾਜ਼ ਅ ਬੁੱਕ ਸਟੋਰ, ਕੀ ਸੀ ਇਹ, ਬੁੱਕ ਸਟੋਰ। ਤੁਹਾਡੇ ਟੈਕਸਟ ਬੁੱਕ 'ਤੇ ਇਹਦੀ ਪੂਰਾ ਹੀ ਨਾਮ ਕੈਪੀਟਲ 'ਚ ਲਿਖਿਆ ਹੋਇਆ, ਤੁਸੀਂ ਕੈਪੀਟਲ 'ਚ ਵੀ ਲਿਖ ਸਕਦੇ ਹੋ, ਠੀਕ ਹੈ। ਇਟ ਵਾਜ਼ ਅ ਬੁੱਕ ਸਟੋਰ ਸਲੋਪਿੰਗ ਡਾਊਨਵਰਡ ਇਨਟੂ ਹਡਸਨ ਰਿਵਰ। ਇਹ ਐਂ ਲੱਗਦਾ ਸੀ ਵੀ ਇਹ ਦੁਕਾਨ ਜਿਵੇਂ ਹਡਸਨ ਰਿਵਰ ਦੇ ਵਿੱਚ ਹੀ ਵੜ ਜਾਏਗੀ, ਕਿਉਂਕਿ ਇੰਨੀ ਜ਼ਿਆਦਾ ਵੈਦਰ ਕਰਕੇ ਮਤਲਬ ਇੰਨੀ ਪੁਰਾਣੀ ਕਿ ਖਰਾਬ ਜੀ ਹੋਈ ਪਈ ਹੈ। ਆਫਟਰ 7 ਆਵਰਸ, 7 ਘੰਟੇ, ਅਸੀਂ ਸ਼ਾਪਿੰਗ ਕਰਦੇ ਬਹੁਤ ਟਾਈਮ ਲਾ ਦਿੰਦੇ ਹਾਂ, ਅਤੇ ਜਿਹੜੇ ਬੁੱਕ ਲਵਰਸ ਹੈ ਉਹ ਵੀ ਬੁੱਕਸ ਲੈਣ 'ਤੇ ਬਹੁਤ ਟਾਈਮ ਲਾਉਂਦੇ ਹੈ। 7 ਘੰਟੇ ਬਾਅਦ, ਆਫਟਰ 7 ਆਵਰਸ, I think I have skipped one line. It consisted 3 lakh used books. ਉੱਥੇ ਕੀ ਪਿਆ ਸੀ, 3 ਲੱਖ ਵਰਤੀਆਂ ਹੋਈਆਂ ਕਿਤਾਬਾਂ। 7 ਘੰਟੇ ਬਾਅਦ ਦੇ ਬੋਟ 19 pounds of second hand books. 7 ਆਵਰਸ ਤੋਂ ਬਾਅਦ ਉਹਨਾਂ ਨੇ 19 ਪਾਊਂਡ, ਜਿਵੇਂ ਅਸੀਂ ਇੱਥੇ ਕਹਿ ਦਿੰਦੇ ਹਾਂ 19 ਕਿਲੋ, ਤੇ ਇਹ ਇੱਕ ਵੇ ਹੈ, ਵੇਟ ਕੀਤਾ ਬੇਟਾ ਉਹਨੇ, ਘਰ ਜਾ ਕੇ ਵੇਟ ਕਰਦੀ ਹੈ ਬੁੱਕਸ ਦਾ, ਤਾਂ ਉਹ ਖਰੀਦਦੀ ਹੈ ਬੁੱਕਸ। ਦਿਸ ਵਾਜ਼ ਅ ਬੈਸਟ ਬਰਥਡੇ ਗਿਫਟ ਹਰ ਹਸਬੈਂਡ ਜੋਰਜ। ਪੂਰਾ ਜੋਰਜ ਦਾ ਕੀ ਨਾਮ ਹੈ, ਜੋਰਜ ਹੋ ਕੋਲ। ਤੁਸੀਂ ਸ਼ਾਰਟ ਹੀ ਲਿਖਣਾ ਬੇਟਾ, ਇਹ ਤੁਹਾਡੀ ਇਨਫੋਰਮੇਸ਼ਨ ਲਈ ਲਿਖਿਆ, ਇਹਨੂੰ ਬ੍ਰੈਕਟ ਵਾਲਾ ਤੁਸੀਂ ਲਿਖਣਾ ਹੈ, ਲਿਖੋ ਤਾਂ ਕੋਈ ਪ੍ਰੋਬਲਮ ਨਹੀਂ, ਚਾਹੇ ਨਹੀਂ ਲਿਖਣਾ ਨਾ ਲਿਖੋ, ਕਿਉਂਕਿ ਇਹ ਤੁਹਾਡੀ ਇਨਫੋਰਮੇਸ਼ਨ ਲਈ ਹੈ ਜਸਟ। ਹੈਜ਼ ਗਿਵਨ ਹਰ, ਉਹ ਕਹਿੰਦੀ ਇਹ ਸਭ ਤੋਂ ਵਧੀਆ ਮੇਰੇ ਲਈ ਮੇਰਾ ਬਰਥਡੇ ਗਿਫਟ ਸੀ। ਫॉर ਫੈਡੀਮਨ, ਫੈਡੀਮਨ ਦੇ ਲਈ these 19 pounds of old books were 19 times delicious as 1 pound of fresh caviar. ਤਾਂ 19 ਟਾਈਮ ਬੈਟਰ ਸੀ। ਮੈਂ ਕਹਿੰਦੇ ਆਪਾਂ ਕਹਿੰਦੇ ਨਾ ਵੀ 100 ਗੁਣਾ ਵਧੀਆ, ਅਤੇ ਕਹਿੰਦੇ ਇਹ 19 ਮਤਲਬ ਉਹਨੇ ਇੱਕ ਨਾਲ ਹੀ ਕਨੋਟੇਸ਼ਨ ਬਣਾਈ ਹੈ, 19 ਪਾਊਂਡ ਕਿਤਾਬਾਂ 19 ਟਾਈਮ ਮਤਲਬ 19 ਟਾਈਮ ਵਧੀਆ ਸੀ। ਇੱਕ 1 ਪਾਊਂਡ ਆਫ ਫਰੈਸ਼ ਕੈਵਿਆਰ, ਜੋ ਕਿ ਕੋਸਟਲੀ ਡਿਸ਼ ਹੈ। ਤਾਂ ਉਹ ਕਹਿੰਦੀ ਹੈ ਮੈਨੂੰ ਬਹੁਤ ਸੈਟਿਸਫੈਕਸ਼ਨ ਹੋਈ ਆਪਣਾ ਇਹ ਬਰਥਡੇ ਗਿਫਟ ਲੈ ਕੇ। ਐਸੇ ਦੇ ਵਿੱਚ ਅੱਗੇ ਦੱਸਿਆ ਜਾਂਦਾ ਹੈ, ਤਾਂ ਦ ਐਸੇ ਸਟਾਰਟਸ ਵਿਦ ਅ ਮਿਸਟੀਰੀਅਸ ਬਰਥਡੇ ਗਿਫਟ। ਐਸੇ ਕਿਵੇਂ ਸ਼ੁਰੂ ਹੁੰਦਾ ਹੈ, ਇੱਕ ਰਹੱਸਮਈ ਬਰਥਡੇ ਗਿਫਟ ਨਾਲ, ਵਿਚ ਇਜ਼ ਆਲਸੋ ਫੁੱਲ ਆਫ ਹਿਊਮਰ, ਜਿਹੜਾ ਕਿ ਬੜਾ ਹਾਸੇ ਵਾਲਾ ਸੀ। ਮਤਲਬ ਜੇ ਅਸੀਂ ਆਪ ਸੋਚੀਏ ਆਪਣੀ ਜਗ੍ਹਾ 'ਤੇ ਆ ਕੇ ਕਿ ਆਪਾਂ ਨੂੰ ਕੋਈ ਲੈ ਕੇ ਜਾ ਰਿਹਾ ਹੈ ਬਰਥਡੇ ਸਰਪ੍ਰਾਈਜ਼ ਦੇਣ ਲਈ, ਅਤੇ ਉਹ ਆਪਾਂ ਨੂੰ ਕਿੱਥੇ ਲੈ ਜਾਏ, ਸੈਕਿੰਡ ਹੈਂਡ ਬੁੱਕਸ, ਤਾਂ ਆਪਣੇ ਲਈ ਆਪਾਂ ਹੱਸਾਂਗੇ ਕਿ ਇਹ ਕਿੱਥੇ ਲੈ ਆਇਆ, ਪਰ ਉਹਦੇ ਲਈ ਬਹੁਤ ਜ਼ਿਆਦਾ ਵਧੀਆ ਸਰਪ੍ਰਾਈਜ਼ ਸੀ। Ferdinand begins by sharing her affection for second hand books as compared to new ones. ਤਾਂ Ferdinand ਦੱਸਦੀ ਹੈ ਕਿ ਮੈਨੂੰ ਸੈਕਿੰਡ ਹੈਂਡ ਕਿਤਾਬਾਂ ਜ਼ਿਆਦਾ ਵਧੀਆ ਲੱਗਦੀਆਂ ਸੀ ਨਵੀਆਂ ਨਾਲੋਂ। She describes how second hand books carry histories and connections of their previous owners. ਤਾਂ ਉਹ ਦੱਸਦੀ ਹੈ ਕਿ ਕਿਵੇਂ ਸੈਕਿੰਡ ਹੈਂਡ ਕਿਤਾਬਾਂ ਹਿਸਟਰੀ ਕੈਰੀ ਕਰਦੀਆਂ, ਇਤਿਹਾਸ ਕੈਰੀ ਕਰਦੀਆਂ, ਅਤੇ ਕਨੈਕਸ਼ਨ ਕੈਰੀ ਕਰਦੀਆਂ। ਕਿਹੜਾ ਕਨੈਕਸ਼ਨ, ਉਹਨਾਂ ਦੇ ਪੁਰਾਣੇ ਓਨਰ ਕੌਣ ਹੈ, ਮਾਲਕ, ਜਿਹੜੇ ਪੁਰਾਣੇ ਓਨਰ ਹੈ ਉਹਨਾਂ ਦਾ ਜੋ ਹੈ ਇਤਿਹਾਸ, ਉਹਨਾਂ ਦੇ ਕਨੈਕਸ਼ਨ ਕੈਰੀ ਕਰਦੀਆਂ। ਕਿਵੇਂ ਕੈਰੀ ਕਰਦੀਆਂ, ਦ ਮਾਰਜੀਨੇਲੀਆ ਮਤਲਬ ਮਾਰਜਿਨ ਏਰੀਆ, ਜਿਹੜਾ ਹੁਣ ਜਿਵੇਂ ਇੱਕ ਨੋਟਬੁੱਕ ਦਾ ਮਾਰਜਿਨ ਏਰੀਆ ਹੈ, ਮੈਂ ਕਦੀ ਕਦੀ ਇੱਥੇ ਕੁਛ ਲਿਖ ਦਿੰਦੀ ਹਾਂ, ਕਦੀ ਕਦੀ ਇਸ ਸਾਈਡ 'ਤੇ ਕੁਛ ਲਿਖ ਦਿੰਦੀ ਹਾਂ, ਤਾਂ ਮਾਰਜਿਨ ਦੇ ਵਿੱਚ ਜੋ ਵੀ ਰੀਡਰ ਲਿਖਦਾ ਹੈ, ਦ ਐਨੋਟੇਸ਼ਨਸ, ਜੋ ਆਪਣੀ ਕੋਈ ਹਿੰਟਸ ਲਿਖਦਾ ਹੈ, ਕੋਈ ਮੀਨਿੰਗ ਲਿਖਦਾ ਹੈ, ਕੋਈ ਰਿਲੇਟ ਕਰਕੇ ਕੁਛ ਲਿਖਦਾ ਹੈ, ਲੈਫਟ ਬਾਈ ਦ ਪ੍ਰੀਵੀਅਸ ਓਨਰਸ, ਜਿਹੜਾ ਪਿਛਲਾ
ऑनर है कुछ लिखता है आर सोर्स ऑफ कन्वरसेशन, ऐ लगता है कि जिमें मैं उन्होंने नाल गलबात कर रही होवां विद द पास्ट रीडर्स। बहुत सिंपल वर्डिंग बेटा मैं बना के लिखी है, ध्यान नाल तुसीं कर लेनी है। इट प्रोवाइड्स इनसाइट हाउ अदर पीपल इंटरप्रेटेड टैक्सट, तो ये सानू समझ दिंदा है, ये सानू अंदरूनी समझ दिंदा है कि सामने वाले ने टैक्सट नू किवें जो है उहदा इंटरप्रिटेशन कीता है, किवें उहदी जो नू समझे। दिस इज़ अ सेंट्रल थीम ऑफ द एसे। तो यही जो है इस ऐसे का सेंट्रल थीम है, चार्म एंड वैल्यू ऑफ सैकेंड हैंड बुक्स की कॉमा पा के कि सैकेंड हैंड बुक्स की वैल्यू की है। तो थीम का आंसर आ जाए सेम ही लिखना है, बस इन्हों थोड़ा हाईलाइट कर देना है कि थीम ऑफ द ऐसे इज़ चार्म एंड वैल्यू ऑफ सैकेंड हैंड बुक्स। फिर किमें फैजीमैन दसदी है कि किस तरीके नाल जो है बुक्स बहुत ज़्यादा वैल्यूएबल है जो सैकेंड हैंड है। तो फैजीमैन फर्दर एक्सप्लेन कर रही है हाउ इंस्क्रिप्शंस कैन इवोक अ सेंस ऑफ इंटीमेसी एंड कनैक्शन विद प्रीवियस ऑनर। जिहड़ियां प्रीवियस ऑनर ने कोई मीनिंग, कोई हैडिंग्स, कोई पॉइंट्स, कोई भी इंस्क्रिप्शन उहदे उपर दित्ती है तो किवें सानू इंटीमेसी हुंदी किसी नाल नेड़ता, कनैक्शन मतलब किसी नाल कोई संबंध बन जाना, प्रीवियस ऑनर मतलब मालक उहदे नाल जुड़ जाता है। The Fadiman also appreciates the physical features and wear of second-hand books। ਤਾਂ ਇਹ ਸੀ ਜਿਹੜੇ ਉਹਨਾਂ ਦੇ ਐਨੋਟੇਸ਼ਨਸ ਹੈ, ਇਨਸਕ੍ਰਿਪਸ਼ਨਸ ਹੈ ਜਾਂ ਮਾਰਜਨੇਲੀਆ ਹੈ, ਉਹਦੇ ਬੇਸ 'ਤੇ ਕਿਵੇਂ ਉਹ ਜੁੜ ਜਾਂਦੀ ਹੈ। ਦੂਸਰਾ ਹੈ ਕਿ ਫਿਜ਼ੀਕਲ ਫੀਚਰਸ, ਮਤਲਬ ਕਿਸ ਤਰ੍ਹਾਂ ਉਹ ਬੁੱਕਸ ਵੀਅਰ ਆਫ ਹੁੰਦੀਆਂ, ਕਿਵੇਂ ਉਹਨਾਂ ਦੀ ਹਾਲਤ ਵੀ ਜਿਹੜੇ ਪੇਜ 'ਤੇ ਕਈ ਵਾਰੀ ਕਿਸੇ ਨੇ ਫੋਲਡ ਕੀਤਾ ਹੈ, ਕੋਈ ਮਾਰਕ ਕੀਤਾ ਹੈ, ਠੀਕ ਹੈ, ਕੋਈ ਅੰਡਰਲਾਈਨ ਕੀਤਾ ਹੈ, ਜੋ ਉਹਦੀ ਪੇਪਰ ਬੈਗਸ ਉਹਦੇ ਖਰਾਬ ਹੋ ਗਏ, ਥੋੜਾ ਕਲਰ ਖਰਾਬ ਹੋ ਗਿਆ ਜਾਂ ਉਹਦੀ ਕੋਈ ਬਾਈਂਡਿੰਗ ਥੋੜੀ ਹਿਲ ਗਈ ਹੈ। Fadiman enjoy the smears, smudges, underlinings and turned pages by the previous owner। तो ये सारा कुछ ठीक है, चाहे थोड़ी जी गम लगी है, थोड़े कई बारी कोई पढ़दा कोई सब्जी वाले हाथ लगाते, कोई ऑयली हाथ है तो स्मजेस है ना, तो कोई स्मीयर्स है, स्मजेस कोई हल्की जी जी मिट्टी अजीब जी किस्म की जम जाती है पुरानी किताबों के, अंडरलाइनिंग्स है, पेज टर्न किए हुए है प्रीवियस ओनर द्वारा, ये सारे उन्होंने अट्रैक्ट करते हैं। शी इंजॉयज डॉग ईयर्ड पेजिज। डॉग ईयर्ड मतलब जिमें कुत्ते के कान हमेशा एडजैक्टिव यूज़ किया गया है, जिमें हमेशा टेढ़े मेढ़े जे हो जाते हैं, तो उवें वो जो पेजिज है ठीक है, वो डॉग ईयर्ड पेजिज जोड़े कोई फोल्ड किया है, कोई सीधा है, कोई टेढ़ा है ना, वो भी। तो फेडिड कवर जोड़े कवर है वो फिक्का पिया हुआ है, क्रीजड स्पाइन मतलब वो क्रीज बनी हुई है वो जी बुक्स के उपर क्रीज होंगे, एक तह जी बनी हुई है, वो भी उन्होंने अट्रैक्ट करती है। तो ये सी है बेटा, ध्यान नाल लिख लेना, CREASED। इट एड्स टू द चार्म ऑफ सैकेंड हैंड बुक्स बाय मेकिंग दैम फील वैल लव्ड बाय प्रीवियस ऑनर। तो मीनस यो किताबां पिछले ऑनर्स द्वारा बहुत पसंद की गई है, तो इस करके भी वो बहुत ज़्यादा अट्रैक्ट होंगी है। एनी क्लीयरली स्टेट्स दैट एवरीवन डज नॉट लाइक यूज्ड बुक्स। एनी दसदे कि हरेक कोई वरतियां हुई किताबों पसंद नहीं करता। सैकेंड हैंड बुक्स में भी लिटल इकी अनप्लेजेंट मतलब वधिया नहीं लगदियाँ फॉर दैम, उन्होंने सैकेंड हैंड किताबां चंगियां नहीं लगदियाँ। उन्होंने किमें लगता है लाइक सैकेंड हैंड अंडरगारमेंट, एक इस तरीके नाल लगता है इट इज़ लाइक सैकेंड हैंड अंडरगारमेंट किसी के जिमें यूज़ किए जान, तो उन्होंने सैकेंड हैंड बुक्स भी चंगियां नहीं लगदियाँ। एनी ऑल्सो डिडंट लाइक सैकेंड हैंड बुक्स वैन शी वॉज यंग। तो एनी भी पसंद नहीं सी जदों वो यंग सी सैकेंड हैंड किताबां पढ़ना, बट लेटर शी चैरिश्ड रीडिंग सैकेंड हैंड प्रोज, पर बाद दे विच वो बहुत इंजॉय करते सी सैकेंड हैंड प्रोज नूं पढ़ना। जॉर्ज गेव हिम अ न्यू बुक, जॉर्ज भी उन्होंने हसबैंड ने उन्हें एक नवी किताब दी फारदेस्ट नॉर्थ ऑन हर अनदर बर्थडे, उन्होंने किसी होर बर्थडे ते एज अ गिफ्ट। नॉट अ सिंगल पर्सन हैज़ रेड इट, एक सिंगल पर्सन ने भी ये पढ़ी नहीं हुई सी। विच मेड MADE थोड़ा क्लियर कर दिता बेटा मैं, MADE मेड एनी फेल्ट सैड, एनी बहुत ज़्यादा उदास महसूस कर दी है कि ये अनटच बुक है, कोई पेज फोल्ड नहीं है, कोई अंडरलाइन नहीं है, कोई स्मीयर्स नहीं है, कोई स्मजेस नहीं है, कोई एनोटेशंस नहीं है, उस चीज़ को बहुत सैड महसूस कर दी है। शी हैड टू लैंड अ बुक टू रीड टू हर फ्रेंड्स, तो वो प्लैजर लैन दे लई वो बुक अपने फ्रेंड्स नूं उधार दिंदी कि तुसीं इहनूं पढ़ो, फिर उस तो बाद ही मैं पढ़ांगी।
Any demands cleanliness, computer, monitors, and strict alphabetization when she visits a new bookstore. ਤੇ ਐਨੀ ਇਹ ਵੀ ਦੱਸਦੀ ਹੈ ਕਿ ਜਦੋਂ ਮੈਂ ਕਿਸੇ ਨਵੀਂ ਬੁੱਕ ਸਟੋਰ 'ਤੇ ਜਾਂਦੀ ਹਾਂ ਨਵੀਂ ਬੁੱਕ ਲੈਣ ਲਈ ਤਾਂ ਮੈਂ ਚਾਹੁੰਦੀ ਹਾਂ ਕਿ ਉਹ ਬੁੱਕ ਸਟੋਰ ਬਹੁਤ ਜ਼ਿਆਦਾ ਸਾਫ਼ ਹੋਵੇ, ਕੰਪਿਊਟਰਸ ਹੋਣ, ਮੋਨੀਟਰਸ ਹੋਵੇ, ਸਟ੍ਰਿਕਟ ਤਰੀਕੇ ਨਾਲ ਐਲਫਾਬੈਟਾਈਜੇਸ਼ਨ ਮਤਲਬ ਕਿਤਾਬਾਂ ਅਲਫਾਬੈਟ ਵਾਈਜ਼ A B C ਉਸ ਤਰੀਕੇ ਨਾਲ ਪਈਆਂ ਹੋਣ। ਬਟ ਜਦੋਂ ਕਿਸੇ ਜਦੋਂ ਕਿਸੇ ਨਵੇਂ ਬੁੱਕ ਸਟੋਰ 'ਤੇ ਜਾਂਦੀ ਹੈ ਬਟ ਵੈਨ ਸ਼ੀ ਵਿਜ਼ਿਟਸ ਅ ਸੈਕਿੰਡ ਹੈਂਡ ਬੁੱਕ ਸਟੋਰ, ਪਰ ਜਦੋਂ ਕਿਸੇ ਸੈਕਿੰਡ ਹੈਂਡ ਬੁੱਕ ਸਟੋਰ 'ਤੇ ਜਾਂਦੀ ਹੈ ਸ਼ੀ ਪ੍ਰੈਫਰਸ ਇਨ ਡਿਫਰੈਂਟ ਹਾਊਸ ਕੀਪਿੰਗ, ਪਰ ਉਹ ਕਹਿੰਦੀ ਹੈ ਬਿਲਕੁਲ ਡਿਫਰੈਂਟ ਹੋਵੇ ਕਿਸ ਤਰੀਕੇ ਨਾਲ, ਸਲੀਪਿੰਗ ਕੈਟਸ ਐਂਡ ਸਫੀਸ਼ੀਐਂਟ ਕਿਓਸ ਮਤਲਬ ਡਿਸਆਰਡਰ, ਤੇ ਸਾਰਾ ਕੁਝ ਬਿਖਰਿਆ ਹੋਵੇ, ਇੱਧਰ ਉੱਧਰ ਖਿਲਰਿਆ ਹੋਵੇ। ਦਿਸ ਡਿਸਆਰਡਰ ਐਂਡ ਡਸਟੀ ਬੁੱਕ ਸ਼ੈਲਸ, ਮਤਲਬ ਇਹ ਡਿਸਆਰਡਰ ਬਿਖਰੀਆਂ ਹੋਈਆਂ ਕਿਤਾਬਾਂ ਅਤੇ ਇੱਕ ਬੁੱਕਸ ਦੀਆਂ ਸ਼ੈਲਸ ਜਿਹੜੀਆਂ ਕਿ ਭਰੀਆਂ ਹੋਈਆਂ ਮਿੱਟੀ ਨਾਲ, ਡਸਟ ਨਾਲ, ਫਿਊਲ ਹਾਰਡ ਫੈਂਟੇਸਿਸ ਆਫ ਸਟੰਬਲਿੰਗ ਔਨ, ਤਾਂ ਮਤਲਬ ਉਹਦੀ ਜਿਹੜੀ ਫੈਂਟੈਸੀ ਨੂੰ, ਉਹਦੀ ਕਲਪਨਾ ਨੂੰ ਹੋਰ ਬੁੱਕਸ ਲੱਭਣ ਲਈ ਹੋਰ ਜ਼ਿਆਦਾ ਕੀ ਕਰਦੀ ਹੈ, ਫਿਊਲ ਕਰਨਾ ਮਤਲਬ ਹੋਰ ਜ਼ਿਆਦਾ ਉਤੇਜਿਤ ਕਰਦੀ ਹੈ। Annie not only shares her own affection for second-hand books, but also refers to other famous writers and bibliophiles। ਤਾਂ ਐਨੀ ਸਿਰਫ ਆਪਣੇ ਬਾਰੇ ਹੀ ਨਹੀਂ ਦੱਸਦੀ ਸਗੋਂ ਹੋਰ ਰਾਈਟਰਸ ਦੇ ਬਾਰੇ ਵੀ ਉਹਨਾਂ ਦੀਆਂ ਬੁੱਕਸ ਬਾਰੇ ਵੀ ਦੱਸਦੀ ਹੈ। who displayed a same kind of book love, ਜਿਨ੍ਹਾਂ ਦੇ ਅੰਦਰ ਸੇਮ ਹੀ ਤਰ੍ਹਾਂ ਦਾ ਕਿਤਾਬਾਂ ਦੇ ਲਈ ਪਿਆਰ ਸੀ। ਚਾਰਲਸ ਲੈਮ, ਜਿੱਥੇ ਸਿਰਫ ਲੈਮ ਲਿਖਿਆ ਹੋਇਆ ਹੈ, ਲਵਡ ਬੁੱਕਸ ਵਿਦ ਮਾਰਜਨੇਲੀਆ ਮਤਲਬ ਨੋਟਸ ਰਿਟਨ ਇਨ ਦ ਮਾਰਜਨਸ। ਤੇ ਚਾਰਲਸ ਲੈਮ ਚੈਰਿਸ਼ ਸੈਕਿੰਡ ਹੈਂਡ ਵੋਲਿਊਮਸ ਬਿਕੋਜ਼ ਆਫ ਸਕ੍ਰਿਬਲਸ, ਸਕ੍ਰਿਬਲ ਹੁੰਦਾ ਐ ਕਰਕੇ ਕੁਛ ਵੀ ਅੰਡਰਲਾਈਨ ਕਰ ਦੇਣਾ, ਲਿਖ ਦੇਣਾ, ਜਿਵੇਂ ਹੁਣ ਮੈਂ ਬਹੁਤ ਜ਼ਿਆਦਾ ਕਰਦੀ ਹਾਂ, ਠੀਕ ਹੈ। ਬਿਕੋਜ਼ ਆਫ ਸਕ੍ਰਿਬਲਸ ਐਂਡ ਕਮੈਂਟਸ ਬਾਈ ਅਰਲੀਅਰ ਰੀਡਰ, ਜਿਹੜੇ ਕਮੈਂਟ ਪਹਿਲਾਂ ਵਾਲੇ ਰੀਡਰ ਨੇ ਦਿੱਤੇ ਹੈ। ਇਸ ਤਰੀਕੇ ਕੋਲਰਿਜ ਮੀਨਸ S.T. ਕੋਲਰਿਜ ਬਹੁਤ ਅੱਛੇ ਰੋਮੈਂਟਿਕ ਪੋਇਟ ਹੋਏ ਹੈ। S.T. ਕੋਲਰਿਜ, ਵਿਲੀਅਮ ਵਰਡਸਵਰਥ, S.T. ਕੋਲਰਿਜ, ਰੋਬਰਟ ਸਾਊਦੇ, ਇਹ ਸਭ ਬਾਰੇ ਡਿਸਕਸ਼ਨ ਕੀਤੀ ਹੈ। ਵਾਜ਼ ਆਲਸੋ ਫੋਂਡ ਆਫ ਐਨੋਟੇਟਿਡ ਬੁੱਕਸ, ਮਤਲਬ ਜਿੱਥੇ ਐਨੋਟੇਸ਼ਨਸ ਦਿੱਤੀਆਂ ਹੋਣ, ਕਮੈਂਟਸ ਦਿੱਤੇ ਹੋਣ, ਕੁਛ ਨਾ ਕੁਛ ਲਿਖਿਆ ਹੋਵੇ। ਹੀ ਵਾਜ਼ ਆਲਸੋ ਫੋਂਡ ਆਫ ਫਿਲਿੰਗ ਬੁੱਕਸ ਵਿਦ ਹਿਜ਼ ਓਨ ਨੋਟਸ, ਲਿਵਿੰਗ ਬਿਹਾਈਂਡ ਅ ਡਾਇਲੋਗ ਬਿਟਵੀਨ ਰੀਡਰ ਐਂਡ ਟੈਕਸਟ। ਤਾਂ ਉਹ ਆਪ ਹੀ ਬਹੁਤ ਜ਼ਿਆਦਾ ਨੋਟਸ ਦਿੰਦੇ ਸੀ ਤਾਂ ਇੱਕ ਅਗਲੇ ਰੀਡਰ ਲਈ ਡਾਇਲੋਗ ਛੱਡ ਕੇ ਜਾਂਦੇ ਸੀ ਤਾਂ ਕਿ ਕਨੈਕਸ਼ਨ ਬਣ ਸਕੇ ਹਿਸਟੋਰੀਕਲ ਰੀਡਰਸ ਦਾ ਅਤੇ ਪ੍ਰੈਜ਼ੈਂਟ ਰੀਡਰ ਦਾ। ਵਿਲੀਅਮ ਹੇਜ਼ਲਿਟ ਬਿਲੀਵ ਡੈਟ, ਵਿਲੀਅਮ ਹੇਜ਼ਲਿਟ ਕੀ ਬਿਲੀਵ ਕਰਦੇ ਸੀ, ਓਲਡ ਬੁੱਕਸ ਕੈਰੀਡ ਦ ਸੋਲ ਆਫ ਦੇਅਰ ਫਾਰਮਰ ਰੀਡਰ, ਵੈਰੀ ਇੰਪੋਰਟੈਂਟ। ਹੇਜ਼ਲੀ ਦੇ ਅਕੋਰਡਿੰਗ ਪੁਰਾਣੀਆਂ ਕਿਤਾਬਾਂ ਜੋ ਪਹਿਲਾਂ ਵਾਲੇ ਰੀਡਰਸ ਹੈ ਉਹਨਾਂ ਦੀਆਂ ਆਤਮਾਵਾਂ ਨੂੰ ਕੈਰੀ ਕਰਦੇ ਹੈ, ਮਤਲਬ ਉਹਨਾਂ ਦੀ ਸੋਚ, ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੀਆਂ ਫੀਲਿੰਗਸ, ਉਹਨਾਂ ਦੀਆਂ ਇਮੋਸ਼ਨਸ, ਉਹ ਕੀ ਸੋਚਦੇ ਆ, ਕਿਸ ਪਰਸਪੈਕਟਿਵ ਤੋਂ ਸੋਚਦੇ ਆ, ਉਹ ਕਿਸ ਤਰੀਕੇ ਨਾਲ ਇੰਟਰਪ੍ਰੇਟ ਕਰਦੇ ਆ, ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਦੀ ਹੈ। ਜੇਮਸ ਬੋਸਵੈਲ adored books for their sentimental and intellectual qualities। adore, A-D-O-R-E-D, adore ਕਰਨਾ ਮਤਲਬ ਵਰਸ਼ਿਪ ਕਰਨਾ। ਬਹੁਤ ਧਿਆਨ ਨਾਲ ਲਿਖ ਲੈਣਾ ਬੇਟਾ। ਬਹੁਤ ਮਿਹਨਤ ਨਾਲ, ਕਿੰਨਿਆਂ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਇਹ ਆਨਸਰ ਸੌਖਾ ਬਣਦਾ ਹੈ ਤਾਂ ਕਿ ਤੁਹਾਡੇ ਲੈਵਲ 'ਤੇ ਪਹੁੰਚ ਕੇ, ਤੁਹਾਡੀ ਮਤਲਬ ਮਾਈਂਡ ਸੈਟਅਪ 'ਤੇ ਪਹੁੰਚ ਕੇ ਲਿਖ ਸਕਾਂ। ਆਨਸਰ ਲੈਂਥੀ ਜ਼ਰੂਰ ਹੋਊਗਾ ਕਿਉਂਕਿ ਤੁਹਾਡੇ ਪੇਪਰ ਦੇ ਵਿੱਚ ਡਿਮਾਂਡਡ ਹੈ ਕਿ ਤੁਸੀਂ 450 ਤੋਂ 500 ਵਰਡਸ ਲਿਖੋ, ਠੀਕ ਹੈ, ਡਿਮਾਂਡਡ ਹੈ, ਠੀਕ ਹੈ। ਇਸ ਕਰਕੇ ਲੈਂਥੀ ਹੋਊਗਾ ਪਰ ਈਜ਼ੀ ਹੋਊਗਾ। ਇਸ ਤੋਂ ਸੌਖਾ ਆਨਸਰ ਤੁਹਾਨੂੰ ਕਿਤੇ ਵੀ ਨਹੀਂ ਮਿਲ ਸਕਦਾ। ਜੇ ਟਫ ਲੱਗਦਾ ਹੈ, ਲੰਬਾ ਲੱਗਦਾ ਹੈ, ਬੇਟਾ ਇੱਕ ਪੇਜ ਕਰਕੇ ਜਾਂ ਇੱਕ ਪੈਰਾ ਕਰਕੇ ਤੁਸੀਂ ਲਿਖੋ ਅਤੇ ਪਲੀਜ਼ ਮਿਹਨਤ ਬਹੁਤ ਕੀਤੀ ਹੁੰਦੀ ਹੈ। ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ ਕਿ ਸਮਝ ਆ ਰਿਹਾ ਹੈ ਕਿ ਨਹੀਂ ਆ ਰਿਹਾ ਤਾਂ ਕਿ ਕੁਛ ਮੈਨੂੰ ਪਤਾ ਲੱਗੇ। ਵਿਦਆਊਟ ਯੂਅਰ ਕਮੈਂਟਸ ਹਾਊ ਵਿਲ ਆਈ ਕਮ ਟੂ ਨੋ ਕਿ ਮੈਂ ਸਹੀ ਰਸਤੇ 'ਤੇ ਜਾ ਰਹੀ ਹਾਂ ਕਿ ਨਹੀਂ ਜਾ ਰਹੀ। ਨਾ ਹੀ ਮੋਟੀਵੇਸ਼ਨ ਮਿਲੂਗੀ ਅਤੇ ਨਾ ਹੀ ਰਸਤੇ ਦਾ ਪਤਾ ਲੱਗੇਗਾ ਕਿ ਸਹੀ ਹੈ ਕਿ ਗਲਤ ਹੈ। ਤਾਂ ਸੋ ਪਲੀਜ਼ ਟੈਲ ਮੀ ਇਨ ਦਾ ਕਮੈਂਟ ਬਾਕਸ, ਇਜ਼ ਇਟ ਅੰਡਰਸਟੈਂਡੇਬਲ ਕਿ ਇਹ ਸਮਝ ਆ ਰਿਹਾ ਹੈ ਰਾਈਟਿੰਗ, ਮਾਈ ਟੋਨ, ਮਾਈ ਵੇ ਆਫ ਐਕਸਪਲੇਨੇਸ਼ਨ, ਇਜ਼ ਇਟ ਓਕੇ। ਪਲੀਜ਼ ਦੱਸਿਆ ਕਰੋ ਜ਼ਰੂਰ। ਤੁਹਾਡਾ ਸਿੰਗਲ ਕਮੈਂਟ ਮੈਨੂੰ ਅੱਗੇ ਵਧਣ ਲਈ ਬਹੁਤ ਮੋਟੀਵੇਟ ਕਰਦਾ ਹੈ। ਇਸ ਤੋਂ ਇਲਾਵਾ ਤੁਹਾਡਾ ਐਬਿਲਿਟੀ ਐਨਹਾਂਸਮੈਂਟ ਦਾ ਕੋਰਸ ਦਾ ਪੂਰਾ ਸਿਲੇਬਸ ਅਪਲੋਡਡ ਹੈ ਇਸੇ ਹੀ ਚੈਨਲ 'ਤੇ। IDC ਦੇ ਸਿਲੇਬਸ ਕਮਿਊਨੀਕੇਸ਼ਨ ਸਕਿੱਲਸ, ਲਾਈਫ ਸਕਿੱਲਸ ਅਪਲੋਡਡ ਹੈ। SEC ਪਰਸਨੈਲਿਟੀ ਡਿਵੈਲਪਮੈਂਟ ਦਾ ਵੀ ਅਪਲੋਡਡ ਹੈ। EVS VAC ਵੈਲਿਊ ਐਡਿਡ ਕੋਰਸ ਪੰਜਾਬੀ ਦੇ ਵਿੱਚ ਸਾਰਾ ਹੀ ਅਪਲੋਡਡ ਹੈ, ਠੀਕ ਹੈ ਜੀ। ਐਨੀ ਪਲੇਸਿਸ ਹਰ ਸੈਲਫ, ਹੁਣ ਮੈਂ ਕਿਤੇ ਐਨੀ ਲਿਖ ਰਹੀ ਹਾਂ, ਕਿਤੇ ਫੈਡੀਮੈਨ ਲਿਖ ਰਹੀ ਹਾਂ, ਠੀਕ ਹੈ, ਸੇਮ ਹੀ ਨਾਮ ਹੈ।
या तुसी किते की लिख सकते हो नरेटर, क्योंकि नरेटर उसे नहीं बोलिया ना, ऐसे उसे द्वारा दस्या गया, तीनों ही सही है। Herself in a tradition of great book lovers who valued personality, history and intimacy of second hand volumes, कि ਉਹ ਬਹੁਤ ਜ਼ਿਆਦਾ ਵੈਲਿਊ ਕਰਦੇ ਸੀ ਕਿੰਨਾ ਦੀ, ਉਹਨਾਂ ਲੋਕਾਂ ਦੀ ਸ਼ਖਸੀਅਤ ਜਿਨ੍ਹਾਂ ਨੇ ਕਿਤਾਬ ਪੜ੍ਹੀ, ਉਹਨਾਂ ਦੀ ਹਿਸਟਰੀ ਅਤੇ ਉਹਨਾਂ ਦੀ ਇੰਟੀਮੇਸੀ, ਉਹਨਾਂ ਦੇ ਨਾਲ ਨੇੜਤਾ, ਜਿਨ੍ਹਾਂ ਨੇ ਸੈਕਿੰਡ ਹੈਂਡ ਵੋਲਿਊਮ ਜਿਨ੍ਹਾਂ ਦਾ ਉਹ ਖਰੀਦ ਰਹੇ ਹੈ। So this is the last page, please patience बना के रखनी है। The only problem of bringing 19 pounds of books at home was that the shelves were already overcrowded with 1000 pounds of books। ਹੁਣ 19 ਦੇ ਸਪੈਲਿੰਗ ਬਹੁਤ ਧਿਆਨ ਨਾਲ ਕਈ ਵਾਰੀ ਲਿਖਦੇ ਕਟਿੰਗ ਹੋ ਜਾਂਦੀ ਹੈ 19, ਠੀਕ ਹੈ ਜੀ। ਤਾਂ ਪ੍ਰੋਬਲਮ ਕੀ ਸੀ ਕਿ ਮੈਂ 19 ਪਾਊਂਡ ਕਿਤਾਬਾਂ ਘਰੇ ਤਾਂ ਲੈ ਆਈ, ਐਨੀ ਫੈਡੀਮੈਨ ਦੱਸ ਰਹੀ ਹੈ, ਪਰ ਜਿਹੜੀਆਂ ਸ਼ੈਲਫ ਸੀ ਪਹਿਲਾਂ ਹੀ ਬਹੁਤ ਜ਼ਿਆਦਾ ਓਵਰ ਕਰਾਊਡਡ ਸੀ 1000 ਪਾਊਂਡਸ ਆਫ ਬੁੱਕਸ ਨਾਲ, 1000 ਪਾਊਂਡ ਦੀਆਂ ਪਹਿਲਾਂ ਹੀ ਕਿਤਾਬਾਂ ਸ਼ੈਲਫ 'ਤੇ ਪਈਆਂ ਸੀ। ਫੈਡੀਮੈਨ ਫੈਂਟਾਸਾਈਜ਼ਡ ਟੂ ਬਿਕਮ ਅ ਬੁੱਕ ਡੀਲਰ ਐਂਡ ਓਪਨ ਅ ਬੁੱਕ ਸਟੋਰ। ਤਾਂ ਫੈਡੀਮੈਨ ਫੈਂਟਾਸਾਈਜ਼ ਕਰਦੀ ਹੈ, ਮਤਲਬ ਕਲਪਨਾ ਕਰਦੀ ਹੈ ਕਿ ਮੈਂ ਵੀ ਇੱਕ ਬੁੱਕ ਸਟੋਰ ਖੋਲ੍ਹ ਲਵਾਂ। ਤਾਂ ਜਿਸ ਦਾ ਕੀ ਨਾਮ ਰੱਖੇਗੀ, ਸ਼ੋਰਟ ਨੋਟ ਬਣ ਕੇ ਆ ਸਕਦਾ ਹੈ ਬੇਟਾ, ਸ਼ੋਰਟ ਨੋਟ ਕੀ ਬਣ ਕੇ ਆ ਸਕਦਾ ਹੈ, ਕੋਲਟ ਐਂਡ ਫੈਡੀਮੈਨ। ਕੋਲਟ ਮਤਲਬ ਹਸਬੈਂਡ ਦੇ ਨਾਮ 'ਤੇ ਹੈ, ਫੈਡੀਮੈਨ ओल्ड बुक्स बॉट एंड सोल्ड, अगे कॉमा डॉग ईयर्ड वॉल्यूम्स आर स्पैशलिटी। ठीक है कि इत्थे किहड़ी किताबां मिलणगियां, पुरानियां किताबां मिलणगियां। दैन फैडीमैन मैंशनस जॉन क्लाइव आ हिस्टोरीअन, जॉन क्लाइव ਨੂੰ ਡਿਸਕਸ ਕਰਦੀ ਹੈ, ਇੱਕ ਜੋ ਹਿਸਟੋਰੀਅਨ ਹੈ ਜਿਨ੍ਹਾਂ ਦੀ ਡੈਥ ਹੋ ਜਾਂਦੀ ਹੈ 1990 ਦੇ ਵਿੱਚ। ਐਂਡ ਸ਼ੀ ਵਿਜ਼ਿਟਡ ਹਿਜ਼ ਅਪਾਰਟਮੈਂਟ ਟੂ ਪੈਕ ਅਪ ਹਿਜ਼ ਲਾਇਬ੍ਰੇਰੀ ਐਂਡ ਟੂ ਮੂਵ ਇਟ ਟੂ ਦੇਅਰ ਸਟੋਰ, ਕਿ ਉਹ ਆਪਣੇ ਉਹਨਾਂ ਦੀ ਲਾਇਬ੍ਰੇਰੀ ਪੈਕ ਕਰਕੇ ਆਪਣੇ ਸਟੋਰ ਲੈ ਕੇ ਆਵੇ। ਡਿਸਪਰਸਿੰਗ ਹਿਜ਼ ਲਾਇਬ੍ਰੇਰੀ ਮਤਲਬ ਜਦੋਂ ਉਹਦੀਆਂ ਬੁੱਕਸ ਨੂੰ ਅਲੱਗ-ਅਲੱਗ ਕਾਲਮਸ ਦੇ ਵਿੱਚ ਸੈੱਟ ਕਰ ਰਹੀ ਸੀ ਸਬਜੈਕਟ ਵਾਈਜ਼, ਤਾਂ ਐਂ ਲੱਗ ਰਿਹਾ ਸੀ ਲਾਈਕ, ਕਿਵੇਂ ਲੱਗ ਰਿਹਾ ਸੀ ਬੱਚੇ, ਇਟ ਵਾਜ਼ ਲਾਈਕ ਜਿਵੇਂ ਉਹਦੀ ਬੋਡੀ ਨੂੰ ਕ੍ਰਿਮੀਨੇਸ਼ਨ ਕਰ ਰਹੀ ਹੈ, ਉਹਨੂੰ ਜਲਾ ਰਹੀ ਹੈ। ਹਿਜ਼ ਬੋਡੀ ਐਂਡ ਸਕੈਟਰਿੰਗ ਇਟ ਟੂ ਦ ਵਿੰਡਸ, ਅਤੇ ਇਹਨੂੰ ਕਿੱਥੇ, ਉਹਦੀਆਂ ਹੱਡੀਆਂ ਨੂੰ ਕਿੱਥੇ, ਹਵਾ ਦੇ ਵਿੱਚ ਉਛਾਲ ਰਹੀ ਹੈ। ਉਹਦੀਆਂ ਕਿਤਾਬਾਂ ਨੂੰ ਸਕੈਟਰ ਕਰਨਾ ਮੀਨਸ ਉਹਦੀਆਂ ਹੱਡੀਆਂ ਨੂੰ ਸਕੈਟਰ ਕਰ ਰਹੀ ਹੈ। ਮਤਲਬ ਇੱਕ ਬੁੱਕ ਲਵਰ ਲਈ ਉਹਦੀਆਂ ਕਿਤਾਬਾਂ ਉਹਦੀ ਰੂਹ ਨਾਲੋਂ ਵੀ ਜ਼ਿਆਦਾ ਪਿਆਰੀਆਂ ਹੁੰਦੀਆਂ। ਦੈਨ ਫੈਡੀਮੈਨ realize that books get their value with the person who owns it। ਕਹਿੰਦੇ ਕਿਤਾਬਾਂ ਦੀ ਵੈਲਿਊ ਉਨੀ ਹੁੰਦੀ ਹੈ ਜਿਹਦੀਆਂ ਇਹ ਹੁੰਦੀਆਂ। when the book lose their context, ਜਦੋਂ ਉਹ ਬੁੱਕ ਉਸ ਪਰਸਨ ਕੋਲ ਚਲੀ ਜਾਂਦੀ ਹੈ, they lose their meaning, ਉਹ ਆਪਣਾ ਮੀਨਿੰਗ ਵੀ ਗਵਾ ਦਿੰਦੀ ਹੈ, ਕੋਈ ਹੀ ਉਹਦੀ ਮਹੱਤਤਾ ਨੂੰ ਸਮਝ ਸਕਦਾ ਹੈ। So next is conclusion. Thus Annie Fadiman admires the second hand books as they bear the mark of their former owners। तो फैडीमैन की दस रही है, फैडीमैन के अकॉर्डिंग सैकेंड हैंड बुक्स बीयर करती हैं मार्क ऑफ देयर फॉर्मर ऑनर्स, जो उनके पहला वाले मालक है उन्होंने मार्क वो लगे होंगे है। दे मेक हर फील, मतलब फैडीमैन नूं फील करवाते हैं कनैक्टेड टू स्ट्रेंजर। दे कैरी अ सेंस ऑफ इंटीमेसी, मतलब नेड़ता एंड ऑथेंटिसिटी। फैडीमैन इंजॉयज अ सेंटीमेंटल वैल्यू। दे इंबॉडी अ चेन ऑफ ओनरशिप, एक चेन ऑफ ओनरशिप बन जाती है, एक तो किताब दूसरे वाल, दूसरे तो तीसरे वाल, तीसरे तो चौथे वाल, इस तरीके नाल वधदी है। तो हरेक दे मीनिंग, एनोटेशनस, कनोटेशनस, अंडरलाइनिंग, स्मीयर्स, स्मजेस पास होंगे है। मीनस सैकेंड हैंड बुक्स कैरी हिस्टरी। ठीक है, कैरी, second hand books carry history। This is the theme of the essay। Fadiman appreciates the smell of old pages, softened binding, ਜਿਹੜੀ ਬਾਈਂਡਿੰਗ ਬੜੀ ਹਲਕੀ ਜੀ ਸੌਫਟ ਹੋ ਗਈ ਹੁੰਦੀ ਹੈ, and annotations given each second hand book a unique personality। ਤੇ ਜਿਹੜੀ ਐਨੋਟੇਸ਼ਨਸ ਦਿੱਤੀਆਂ ਹਰੇਕ ਬੁੱਕ 'ਤੇ, ਸੈਕਿੰਡ ਹੈਂਡ ਬੁੱਕ 'ਤੇ, ਉਹਨੂੰ ਇੱਕ ਯੂਨੀਕ ਪਰਸਨੈਲਿਟੀ, ਇੱਕ ਵੱਖਰਾ ਹੀ ਰੂਪ ਦਿੰਦੀ ਹੈ। ਤਾਂ ਉਮੀਦ ਕਰਦੀ ਹਾਂ ਸਮਝ ਆਇਆ ਬੇਟਾ। कोई भी क्वेश्चन बन के आ गया, कोई भी, चाहे थीम, चाहे समरी, चाहे क्रिटिकल एनालिसिस, चाहे शॉर्ट नोट भी बन के आ गए, सारे ही ये निकल रहे हैं कि एनी फैडीमैन ने किहड़े होर राइटर्स की गल की है, या वाई डिड शी लव सैकेंड हैंड बुक्स, या वट डिड शी एक्सपैक्ट वैन शी विजिट अ न्यू बुक स्टोर एंड ओल्ड बुक स्टोर। ठीक है, तो कोई भी क्वेश्चन बन के आ जाए, सेम ही आंसर है, ये ही आंसर निकलने हैं। तो ध्यान नाल तैयार कर लो, पहला कॉपीज़ से लिखो, फिर तैयार कर लो, चंगी तरह याद कर लो, फिर तुसी शॉर्ट नोट भी ये ही बना पाओगे। थैंक यू, गॉड ब्लैस यू, कीप शेयरिंग एंड वॉचिंग।